ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਸਾਡਾ ਖਾਸ ਪ੍ਰੋਗਰਾਮ ਰਿਐਲਿਟੀ ਚੈੱਕ, ਜਿਸ 'ਚ ਅਸੀਂ ਗੱਲਬਾਤ ਕਰਦੇ ਹਾਂ ਕੈਨੇਡਾ 'ਚ ਇਸ ਵਕਤ ਚੱਲ ਰਹੀ ਹਾਊਸ ਮਾਰਕੀਟ ਦੇ ਹਾਲਾਤਾਂ ਬਾਰੇ। ਔਰ ਪਿਛਲੇ ਪ੍ਰੋਗਰਾਮ ਵਿੱਚ ਜਦੋਂ ਅਸੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ ਤਾਂ ਉਸ ਸੰਬੰਧੀ ਕਈ ਸਵਾਲ ਵੀ ਆਏ ਸੀਗੇ, ਸੋ ਉਹਨਾਂ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਤੇ ਕੁਝ ਇਸ ਵਕਤ ਹਾਲਾਤਾਂ 'ਚ ਬਦਲਿਆ ਕੀ ਆ, ਹੋਰ ਕਿਹੜੀਆਂ ਨਵੀਆਂ ਖਬਰਾਂ ਨੇ ਉੱਤੇ ਵੀ ਚਰਚਾ ਕਰਾਂਗੇ। ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਦੀਪ ਝੱਜ ਹੁਣੀ, ਜੋ ਕਿ ਇਸ ਸੰਬੰਧੀ ਜਿਹੜਾ ਵਾ ਸਾਨੂੰ ਜਾਣਕਾਰੀ ਦੇਣਗੇ ਤੇ ਕਈ ਸਾਲਾਂ ਦਾ ਤਜਰਬਾ ਵੀ ਉਹਨਾਂ ਕੋਲ। ਸੋ ਝੱਜ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਟੀਵੀ ਪੰਜਾਬ ਤੇ। ਥੈਂਕ ਯੂ ਮਨਦੀਪ, ਥੈਂਕ ਯੂ ਫॉर ਹੈਵਿੰਗ ਮੀ ਜੀ ਅੱਛਾ, ਇੱਕ ਤਾਂ ਪਿਛਲੀ ਵਾਰ ਆਪਾਂ ਚਰਚਾ ਕੀਤੀ ਸੀ ਕਿ ਕਿਸ ਤਰੀਕੇ ਨਾਲ ਜਿਹੜੀ ਆ ਇਹ ਮਾਰਕੀਟ ਅੱਗੇ ਵਧ ਰਹੀ ਆ, ਕਿਉਂਕਿ ਹੁਣ ਚਰਚਾਵਾਂ ਇਹ ਵੀ ਚੱਲ ਰਹੀਆਂ ਕਿਉਂਕਿ ਸਰਕਾਰ ਉੱਤੇ ਵੀ ਪ੍ਰੈਸ਼ਰ ਬਣ ਰਿਹਾ, ਵੀ ਹੋ ਸਕਦਾ ਅੱਗੇ ਇਲੈਕਸ਼ਨ ਵੀ ਆ ਜਾਣ ਤਾਂ ਸਰਕਾਰ ਕੋਲੋਂ ਵੀ ਸਵਾਲ ਪੁੱਛੇ ਜਾ ਰਹੇ ਆ ਵੀ ਇਹ ਕਿੱਧਰ ਨੂੰ ਜਾ ਰਹੀ ਹੈ ਮਾਰਕੀਟ। ਸੋ ਕੀ ਲੱਗਦਾ, ਕਿਉਂਕਿ ਖਬਰਾਂ ਇਹ ਆ ਰਹੀਆਂ ਕਿ ਹਾਈ ਰਿਸਕ ਤੇ ਹੈ, ਹਾਈ ਰਿਸਕ ਸ਼ਬਦ ਕਿਉਂ ਵਰਤਿਆ ਰਿਹਾ? ਕਿਉਂਕਿ ਆਮ ਜਦੋਂ ਅਸੀਂ ਦੇਖਦੇ ਹਾਂ ਕਹਿੰਦੇ ਵੀ ਮਾਰਕੀਟ ਤਾਂ ਵਧੀਆ ਚੱਲ ਰਹੀ ਹੈ, ਫਿਰ ਇਹ ਰਿਸਕ ਵਾਲੀ ਗੱਲ ਕਿਉਂ ਕੀਤੀ ਜਾ ਰਹੀ ਹੈ? ਜਿਹੜਾ ਇਹ ਕੁਐਸਚਨ ਦਾ ਆਨਸਰ ਹੈ, ਵੈਸੇ ਤਾਂ ਜਿਹੜਾ ਹਾਈ ਰਿਸਕ ਇੱਕ ਵਰਡ ਆ ਉਹਦਾ ਹੁੰਦਾ ਕਿ ਤੁਸੀਂ ਇੱਕ ਬਬਲ ਦੇ ਵਿੱਚ ਹੈਗੇ ਹੋ। ਹੁਣ ਆਪਾਂ ਇੱਕ ਕਦੋਂ ਬਸਟ ਹੋ ਜੇ ਇਹ ਨਹੀਂ ਪਤਾ, ਕਿਉਂਕਿ ਜਿਵੇਂ ਪਿਛਲੀ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ, ਕੋਈ ਚੀਜ਼ ਆਪਾਂ ਨੂੰ ਦਿਖ ਨਹੀਂ ਰਹੀ ਕਿ ਪ੍ਰਾਈਸਿਸ ਦੀ ਇੰਨੀ ਹਾਈਪ ਇਹਨਾਂ 'ਚ ਕਿਉਂ ਇੰਨੀ ਜ਼ਿਆਦਾ ਤੇਜ਼ੀ ਆਈ ਹੈ ਜੀ, ਪਰ ਆਈ ਹੋਈ ਹੈ, ਇਹ ਗਰੰਟਡ ਹੈ ਜੀ। ਤੁਹਾਡਾ ਡੈਟ ਵਧੀ ਜਾਂਦਾ, ਸੋ ਰਿਸਕ ਦਾ ਇਹ ਮਸਲਾ ਹੈ ਕਿ ਬੈਂਕ ਨੇ ਤੁਹਾਨੂੰ ਜੇ ਕੱਲ੍ਹ ਨੂੰ ਮਨਾ ਕਰ ਦਿੰਦੇ ਆ, ਖਾਸ ਕਰ ਜੇ ਆਪਾਂ ਕੈਸ਼ ਬਾਇੰਗ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਉਹ ਵੀ ਪਲੱਸ ਇੱਕ ਨਾ ਤੁਸੀਂ ਕਿਤੇ ਵੀ ਆ ਕੇ ਇੱਕ ਬਾਰ ਹੁੰਦੀ ਹੈ, ਉਹ ਬਾਰ ਤੱਕ ਹੁਣ ਕੰਮ ਪਹੁੰਚਿਆ ਹੋਇਆ, ਕਿਉਂਕਿ ਤੁਹਾਡੀ ਹੁਣ ਜਿਹੜੀ ਜਦੋਂ ਆਪਾਂ ਰੀਅਲ ਸਟੇਟ ਦੇ ਸਿਸਟਮ ਨੂੰ ਸਾਰਿਆਂ ਨੂੰ ਦੇਖਦੇ ਹਾਂ, ਪਹਿਲਾਂ ਕੀ ਸੀ, ਪਿਛਲੇ 2 ਮਹੀਨਿਆਂ ਦੇ ਵਿੱਚ ਤੁਹਾਨੂੰ ਨਾ ਲਿਸਟਿੰਗਸ ਬਹੁਤ ਘੱਟ ਆ ਰਹੀਆਂ ਸੀ ਅਤੇ ਜਦੋਂ ਆਉਂਦੀਆਂ ਸੀ ਉਹ ਮਲਟੀਪਲਸ 'ਤੇ ਜਾ ਰਹੀਆਂ ਸੀ। ਹੁਣ ਕੀ ਜਿਹੜਾ ਸੈਲਰ ਆ ਉਹਦੀ ਐਕਸਪੈਕਟੇਸ਼ਨ ਆਲ ਆਫ ਸਡਨ ਬਹੁਤ ਵੱਧ ਗਈ ਸੈਲਰ ਦੀ, ਜਿਹੜਾ ਵੇਚਦਾ ਹੈ, ਜਿਹੜਾ ਉਹਦਾ ਘਰ ਨੂੰ ਲੱਗਦਾ ਵੀ ਪੀਕ ਤੇ 12 ਲੱਖ ਦਾ, ਉਹ 13 ਮੰਗਣ ਲੱਗ ਗਿਆ ਜੀ। ਪਰ ਉਹ ਜੋ 13 ਮੰਗਦਾ, ਜੇ ਹੁਣ ਆਪਾਂ 12 ਵੀ ਹਾਈ ਪ੍ਰਾਈਸ ਸੀਗੀ, ਉਹ 13 ਲੱਖ ਮੰਗਣ ਲੱਗ ਗਿਆ, ਤਾਂ ਓਬਵੀਅਸਲੀ ਤੁਸੀਂ ਬਹੁਤ ਰਿਸਕ ਵੀ ਵੱਧ ਰਹੇ ਹੋ ਨਾ। ਜੇ ਕੱਲ੍ਹ ਨੂੰ ਤੁਹਾਡੀ ਜੌਬ ਨੂੰ ਕੁਛ ਹੋ ਜਾਏ ਜਾਂ ਮਾਰਕੀਟ ਇਨਫਲੇਟ, ਹੋਰ ਬਹੁਤ ਰੀਜ਼ਨਸ ਹੋ ਸਕਦੇ ਆ ਮਾਰਕੀਟ ਨੂੰ ਥੱਲੇ ਆਉਣ ਵਾਸਤੇ ਜਾਂ ਲਿਆਉਣ ਵਾਸਤੇ, ਗਵਰਨਮੈਂਟ ਬਹੁਤ ਕੁਛ ਕਰ ਸਕਦੀ ਹੈ। ਸੋ ਇਹ ਮਾਰਕੀਟ ਰਿਸਕ ਹੈਗਾ ਆ, ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਪਿਛਲੇ ਸਾਲ 9 ਲੱਖ ਦੀ ਮਿਲਦੀ ਸੀ, ਹੁਣ ਆਪਾਂ ਨੂੰ 13 ਦੀ ਮਿਲਦੀ ਆ। ਉਹ ਵਜ੍ਹਾ ਜਾਣਨ ਵਾਸਤੇ ਬੜਾ ਕੁਛ ਹੈ, ਇਕੋਨਮਿਸਟ ਨੇ ਬਹੁਤ ਕੁਛ ਕਰ ਰਹੇ ਨੇ, ਪਰ ਜੇ ਕੋਈ ਮੇਰੇ ਤੋਂ ਪੁੱਛੋ, ਨਹੀਂ ਮੈਂ ਨਹੀਂ, ਜਦੋਂ ਮੈਨੂੰ ਇਹ ਪਤਾ ਲੱਗ ਗਿਆ ਇਹ ਸਵਾਲਾਂ ਦਾ ਜਵਾਬ, ਉਸ ਦਿਨ ਪਰ ਰੀਅਲ ਸਟੇਟ ਛੱਡ ਦੇਣੀ ਹੈ। ਸੋ ਆਪਾਂ ਇਹਦਾ ਹੀ ਸਵਾਲ ਦਾ ਜਵਾਬ ਦੇਵਾਂਗੇ, ਬਟ ਇਟ ਇਜ਼ ਐਟ ਰਿਸਕ, ਇਹ ਡੈਫੀਨਿਟ ਆ ਜੀ, ਇਹ ਡੈਫੀਨਿਟ। ਜਿਹੜੇ ਤੁਸੀਂ ਕਹਿੰਦੇ ਆ ਕਿ ਸੈਲਰਸ ਦੀਆਂ ਜਿਹੜੀਆਂ ਉਮੀਦਾਂ ਕਾਫੀ ਵਧ ਗਈਆਂ, ਤੇ ਉਸ ਵਕਤ ਫਿਰ ਖਰੀਦਣ ਵਾਲਾ ਵੀ ਥੋੜਾ ਡਰ ਜਾਂਦਾ ਹੋਣਾ ਵੀ ਯਾਰ ਇੰਨੇ ਪੈਸੇ, ਜੇ ਹੁਣ ਕਿਉਂਕਿ ਘਰ ਲੈਣਾ ਬਹੁਤ ਵੱਡੀ ਇੱਕ ਜ਼ਿੰਦਗੀ ਦੀ ਇਨਵੈਸਟਮੈਂਟ ਹੁੰਦੀ ਆ, ਸੋ ਇਸ ਕਰਕੇ ਲੱਗਦਾ ਕਿ ਮਾਰਕੀਟ ਕਿਤੇ ਨਾ ਕਿਤੇ ਹੁਣ ਸਟੇਬਿਲਿਟੀ ਵੱਲ ਜਾ ਰਹੀ ਹੈ। ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਐਕਚੁਅਲੀ ਇਹ ਸਭ ਨਾਲੋਂ ਵੱਡੀ ਇਨਵੈਸਟਮੈਂਟ ਆ ਤੁਹਾਡੀ ਇੱਥੋਂ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ, ਇਹ ਸਭ ਨਾਲੋਂ ਵੱਡੀ ਇਨਵੈਸਟਮੈਂਟ ਹੁੰਦੀ ਆ ਆਪਣਾ ਘਰ ਲੈਣਾ ਇੱਥੇ। ਸੋ ਓਬਵੀਅਸਲੀ ਜਦੋਂ ਜਿਹੜਾ ਵੇਚ ਰਿਹਾ ਉਹ ਡਰਦਾ ਪ੍ਰਾਈਸ ਵਧਾਈ ਜਾਂਦਾ, ਕਿਉਂਕਿ ਉਹਨੂੰ ਲੱਗਦਾ ਕਿ ਜੇ ਮੈਂ ਇਸ ਤੋਂ ਬਾਅਦ ਕੁਝ ਬਾਏ ਵੀ ਤਾਂ ਕਰਨਾ ਨਾ। ਜਿਹੜਾ ਸੈਲਰ ਆ ਅੱਜ ਉਸ ਲਾਈਨ 'ਚ ਸੈਲਿੰਗ ਦੇ ਜਿੱਥੇ ਮਲਟੀਪਲ ਆਫਰਸ ਆ ਰਹੀਆਂ ਨੇ, ਪਰ ਕੱਲ੍ਹ ਨੂੰ ਉਹਨੇ ਬਾਇੰਗ ਵਾਲੇ ਉਹ ਲਾਈਨ 'ਚ ਖੜ੍ਹ ਜਾਣਾ। ਪਿਛਲੇ ਵਾਰੀ ਆਪਾਂ ਜੀ ਗੱਲ ਕਰ ਰਹੇ ਸੀ, ਸੋ ਉਹਨਾਂ ਨੂੰ ਐਂ ਲੱਗਦਾ ਕਿ ਜੇ ਅਸੀਂ 13 ਦਾ ਵੇਚ ਤਾਂ ਕੱਲ੍ਹ ਨੂੰ 13.5 ਦਾ ਹੋ ਗਿਆ, ਅਸੀਂ ਤਾਂ 50,000 ਹੁਣੇ ਲੂਜ਼ ਕਰ ਗਏ ਨਾ। ਸੋ ਉਹ ਇਸ ਲੋਸ ਤੋਂ ਡਰਦੇ ਉਹ ਪਹਿਲੋਂ ਪ੍ਰਾਈਸ ਵਧਾਈ ਜਾਂਦੇ ਆ। ਪਰ ਹੁਣ ਬਹੁਤ ਇਹੋ ਜਿਹੀਆਂ ਡੀਲਸ ਹੈਗੀਆਂ ਜਿਹੜੀਆਂ ਕਲੈਪਸ ਹੋ ਰਹੀਆਂ ਨੇ, ਜਿਹੜੀਆਂ ਤੁਹਾਨੂੰ ਲੱਗਦਾ ਕਿ ਸਬਜੈਕਟ ਰਿਮੂਵ ਨਹੀਂ ਹੋਏ, ਜਿਨ੍ਹਾਂ 'ਤੇ ਜੇ ਸਬਜੈਕਟ ਦਿੰਦੇ ਆ, ਕੋਈ ਰੀਜ਼ਨਸ ਬਹੁਤ ਹੋ ਸਕਦੇ ਆ, ਇਹ ਨਹੀਂ ਵੀ ਇਹਦੇ ਕਰਕੇ ਹੋ ਰਹੇ, ਪਰ ਹੋ ਰਹੇ ਨੇ। ਜਾਂ ਕਈ ਅਸਾਈਨਮੈਂਟਸ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਛੱਡ ਰਹੇ ਨੇ, ਜਾਂ ਉਹ ਕਹਿ ਰਹੇ ਨੇ ਸਾਨੂੰ ਥੋੜ੍ਹੇ ਜਿਹੇ ਪੈਸੇ ਹੋਰ ਦੇ ਦਿਓ, ਅਸੀਂ ਕਿਸੇ ਹੋਰ ਨੂੰ ਅਸਾਈਨ ਕਰ ਦਿੰਦੇ ਹਾਂ ਪ੍ਰਾਪਰਟੀ। ਸੋ ਉਹ ਵੀ ਹੁਣ ਕਾਫੀ ਐਕਟਿਵ ਆ। ਜਦੋਂ ਇਹ ਚੀਜ਼ਾਂ ਨਹੀਂ ਹੁੰਦਾ, ਜਦੋਂ ਸਮੁੰਦਰ 'ਚ ਆਪਾਂ ਟਰੈਵਲ ਕਰਦਾ ਹੋਏ ਬੰਦਾ ਨਾ, ਜਦੋਂ ਤੁਹਾਨੂੰ ਚਿੜੀਆਂ ਪਹਿਲਾਂ ਤੁਹਾਨੂੰ ਥੱਲੇ ਮਾੜੇ ਲੱਕੜਾਂ ਦਿੰਦੀਆਂ, ਫਿਰ ਤੁਹਾਨੂੰ ਚਿੜੀਆਂ ਦਿਖਣ ਲੱਗ ਜਾਣ, ਜਦੋਂ ਲੱਗਦਾ ਵੀ ਹੁਣ ਧਰਤੀ ਨੇੜੇ ਆ ਚੱਲੀ। ਸੋ ਉਹ ਸਿਸਟਮ ਆ ਇੱਕ ਵੀ ਹੁਣ ਜਿਹੜੀ ਇਹ ਸਾਈਨ ਨੇ ਸਾਰੇ, ਇਹ ਲੱਗਦਾ ਹੈ ਕਿ ਮਾਰਕੀਟ ਦਾ ਇੱਕ ਜਗ੍ਹਾ 'ਤੇ ਸਟੇਬਲਾਈਜ਼ ਹੋਣ ਦੇ ਚਾਂਸਸ ਹੈਗੇ ਆ। ਸੋ ਮਾਰਕੀਟ ਸਟੇਬਲ ਹੋਣ ਦੇ ਚਾਂਸਸ ਦਿਖ ਰਹੇ ਨੇ ਮੂਹਰੇ। ਹਾਂਜੀ, ਸਟੇਬਲ ਹੋਣ ਦੇ ਮਤਲਬ ਇਹੀ ਆ ਕਿ ਪ੍ਰਾਈਜ਼ਾਂ ਜਿਹੜੀਆਂ ਵਾ ਇੱਕ ਥਾਂ 'ਤੇ ਆ ਕੇ ਖੜ ਜਾਂਦੀਆਂ ਨੇ, ਜਾਂ ਫਿਰ ਜਿੰਨੀ ਅਸਲ ਕੀਮਤ बढ़ਦੀ ਹੁੰਦੀ ਜਾਂ ਉੱਥੇ ਵਾਪਸ ਚਲ ਜਾਂਦੀਆਂ ਨੇ। ਸਟੇਬਲ ਦਾ ਮਤਲਬ ਇਹ ਜਿਹੜਾ ਮਾਰਕੀਟ ਦੇ ਵਿੱਚ ਕੋਈ ਫੀਅਰ ਫੈਕਟਰ ਆ। ਅੱਜ ਤੁਸੀਂ ਕੋਈ ਪ੍ਰਾਪਰਟੀ ਲੈਣ ਗਏ ਹੋ, ਤੁਹਾਡੇ ਮੂਹਰੇ 47 ਬੰਦੇ ਖੜੇ ਆ, ਉਹ $12 ਮਿਲੀਅਨ ਦੀ ਲੱਗੀ ਫੋਰ ਐਗਜ਼ਾਮਪਲ, ਤੁਹਾਨੂੰ ਨਹੀਂ ਪਤਾ 14 ਦੀ ਵਿਕਣੀ ਆ, 15 ਦੀ ਵਿਕਣੀ ਆ, ਜਾਂ ਕਿੰਨੇ ਦੀ ਵਿਕਣੀ, ਤੁਸੀਂ ਕੀ ਕਰੋਗੇ? ਕਿਉਂਕਿ ਤੁਹਾਡੇ ਫੰਡਸ ਜਿਹੜੇ ਤੁਹਾਨੂੰ ਹੋ ਸਕਦਾ 12 ਲੱਖ ਤੱਕ ਤੁਹਾਡੀ ਜਿਹੜੀ ਜੇਬ ਆ ਉਹ ਤੁਹਾਨੂੰ ਅਲਾਉ ਕਰੂਗੀ। ਹੁਣ ਇਹ ਸਟੇਬਲਾਈਜ਼ ਹੋਊਗੀ, ਇੱਕ ਮਾਰਕੀਟ ਦਾ ਇੱਕ ਲੈਵਲ ਬਣ ਜਾਊਗਾ। ਉਹ ਲੈਵਲ ਜਦੋਂ ਬਣ ਜਾਂਦਾ ਮਾਰਕੀਟ ਦਾ, ਫਿਰ ਤੁਹਾਨੂੰ ਪ੍ਰੀਪੇਅਰਡ ਹੁੰਦੇ ਹੋ ਕਿ ਹਾਂ ਮੈਨੂੰ ਇਹ ਘਰ ਜਿਹੜਾ 14 ਲੱਖ ਦਾ ਮਿਲਣਾ, ਮੈਨੂੰ ਪਹਿਲਾਂ ਉਹਦੇ ਫੰਡਸ ਉਸ ਹਿਸਾਬ ਨਾਲ ਅਰੇਂਜ ਹੀ ਕਰਨੇ ਪੈਣੇ ਨੇ ਜੀ। ਸੋ ਉਹ ਪਹਿਲੇ ਵਾਲਾ ਕੰਮ ਜਿਹੜਾ ਸੀਗਾ, ਜਿਹੜੀ ਮਲਟੀਪਲ ਆਫਰਸ ਆ,
ਉਹ ਬਹੁਤ ਵਾਰੀ ਬਹੁਤ ਇਸ਼ੂਜ਼ ਆਏ ਨੇ, ਵੈਸੇ ਬੜੇ ਕੁਐਸਚਨ ਆਉਂਦੇ ਨੇ ਇਹ ਵੀ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਜੇ ਲੋ ਪ੍ਰਾਈਸ ਕਰਕੇ ਘਰ ਦੇ ਉੱਤੇ ਜਿਹੜਾ ਅਟਰੈਕਟ ਕਰਦੇ ਆ, ਤੇ ਇਹਦੇ ਬਹੁਤ ਲੋਕਾਂ ਨੇ ਬੜਾ ਇਤਰਾਜ਼ ਵੀ ਕੀਤਾ। ਤੇ ਪਰ ਇਹ ਤੁਸੀਂ ਕਰ ਨਹੀਂ ਸਕਦੇ ਲੀਗਲੀ, ਤੁਸੀਂ ਮਰਜ਼ੀ ਹੈ ਸੈਲਰ ਦੀ ਜੀ, ਕਿਉਂਕਿ ਸੈਲਰ ਜਿਹੜਾ ਰੀਅਲਟਰ ਹੁੰਦਾ ਉਹਨੇ ਸੈਲਰ ਦੇ ਬਿਹਾਫ 'ਤੇ ਕੰਮ ਕਰ ਰਿਹਾ ਹੁੰਦਾ, ਸੋ ਉਹਦੀ ਮਰਜ਼ੀ ਹੁੰਦੀ ਜਿੰਨੀ ਦੀ ਮਰਜ਼ੀ ਉਹ ਕਵੇ ਲਿਸਟ ਕਰਨਾ। ਜੇ ਉਹ ਦੇਖਣਾ ਚਾਹੁੰਦਾ ਮਾਰਕੀਟ ਦੇ ਵਿੱਚ ਮੇਰਾ ਘਰ ਮੈਕਸਿਮਮ ਪ੍ਰਾਈਸ 'ਤੇ ਕਿਵੇਂ ਜਾ ਸਕਦਾ ਤਾਂ ਉਹ ਕਰ ਸਕਦੇ, ਕਿਉਂਕਿ ਜੇ ਆਪਾਂ ਉੱਤੇ ਜਿਵੇਂ ਕਹਿੰਦੇ ਕੋਈ ਰੀਅਲ ਸਟੇਟ ਬੋਰਡ ਉੱਤੇ ਕੋਈ ਠੱਲ ਪਾਵੇ ਤਾਂ ਫਿਰ ਕੱਲ੍ਹ ਨੂੰ ਤਾਂ ਬੈਂਕਿੰਗ 'ਤੇ ਵੀ ਠੱਲ ਪਾਉਣੀ ਪੈਣੀ ਹੈ। ਜਦੋਂ ਆਪਣੇ ਕੋਈ ਰਿਸੀਵਰਸ਼ਿਪ ਦੇ ਵਿੱਚ ਚਲੇ ਜਾਂਦੇ ਨੇ ਘਰ, ਤਾਂ ਬੈਂਕ ਨਾਲ ਤਾਂ ਇੱਕ ਮਸਲਾ ਨਹੀਂ ਨਾ ਹੁੰਦਾ ਵੀ ਇਹ ਸਾਨੂੰ ਪ੍ਰੋਫਿਟ ਚਾਹੀਦਾ, ਬੈਂਕ ਨੇ ਤਾਂ ਆਪਣਾ ਪੈਸਾ ਸਿਕਿਉਰ ਕਰਨਾ ਹੁੰਦਾ। ਉਹ ਕਹਿੰਦੇ ਸਾਨੂੰ ਨਹੀਂ ਪਤਾ ਜਿੰਨੇ ਤੱਕ ਜਾਊਗਾ ਇਹ ਜੱਜ ਤੈਅ ਕਰਨਗੇ, ਪਰ ਸਾਨੂੰ ਸਾਡਾ ਇੰਨਾ ਪੈਸਾ ਸਿਕਿਉਰ ਕਰ ਦਿਓ, ਜਾਂ ਉਹਨਾਂ ਦਾ ਆਪਣਾ ਲਾਸ ਘਟਾਉਂਦੇ ਨੇ। ਉਵੇਂ ਇਹ ਬਿਜ਼ਨਸ ਦੇ ਵਿੱਚ ਇਹ ਆਪਾਂ ਫੋਰਸ ਨਹੀਂ ਕਰ ਸਕਦੇ, ਪਰ ਇਹ ਹੈ ਕਿ ਜਿਹੜੀ ਮਲਟੀਪਲ ਆਫਰਸ ਦਾ ਇਸ਼ੂ ਜਿਹੜਾ ਆ ਉੱਥੇ ਓਬਵੀਅਸਲੀ ਤੁਸੀਂ ਪ੍ਰਾਈਸ ਵੱਧ ਦੇ ਦਿੰਦੇ ਹੋ ਜੀ, ਕਿਉਂਕਿ ਲੱਗਦਾ ਹੁੰਦਾ ਕਿ ਪ੍ਰਾਪਰਟੀ ਪਤਾ ਨਹੀਂ ਮਿਲਣੀ ਜਾਂ ਨਹੀਂ ਮਿਲਣੀ ਜੀ। ਇਸ ਤੋਂ ਅੱਗੇ ਇੱਕ ਇਹ ਆ ਕਿ ਹੁਣ ਜਿਵੇਂ ਇਸ ਵਕਤ ਬਾਹਰੋਂ ਕਾਫੀ ਲੋਕ ਇੱਥੇ ਆਏ ਹੋਏ ਨੇ ਜਿਹੜੇ ਹਾਲੇ ਕੀ ਪੂਰਾ ਸਟੇਟਸ ਨਹੀਂ ਮਿਲਿਆ, ਕਿਉਂਕਿ ਇੱਕ ਤਾਂ ਵੈਸੇ ਵੀ ਹੁਣ ਅੱਜ ਕੱਲ੍ਹ ਇਮੀਗ੍ਰੇਸ਼ਨ ਦਾ ਕੰਮ ਸਲੋ ਚੱਲ ਰਿਹਾ, ਤੇ ਵਰਕ ਪਰਮਿਟ 'ਤੇ ਨੇ ਜਾਂ ਹੋਰ ਸਟੇਟਸ ਆ, ਸੋ ਉਹਦੇ ਵਿੱਚ ਖਾਸ ਕਰਕੇ ਵਰਕ ਪਰਮਿਟ ਵਾਲੇ ਵੀ ਕਈ ਵਾਰ ਸੋਚਦੇ ਆ ਵੀ ਅਸੀਂ ਹੁਣ ਜੇ ਕੁਛ ਬਣਦਾ ਤੇ ਕੁਛ ਕਰ ਲੈ ਲਈਏ। ਸੋ ਉਹਨਾਂ ਲਈ ਕਿਸ ਤਰੀਕੇ ਦੇ ਨਿਯਮ ਹੈਗੇ ਆ ਕਿ ਵਰਕ ਪਰਮਿਟ ਵਾਲੇ ਕਿਸ ਤਰੀਕੇ ਨਾਲ ਤੁਹਾਡੇ ਕੋਲ ਵੀ ਕੇਸ ਆਉਂਦੇ ਹੋਣਗੇ ਕਿ ਕਿਸ ਤਰੀਕੇ ਨਾਲ ਇੱਥੇ ਘਰ ਲੈ ਸਕਦੇ ਨੇ? ਹਾਂ, ਇਹ ਇੱਕ ਹੀ ਬੜਾ ਦਿਲਚਸਪ ਜਿਹਾ ਸਵਾਲ ਆ। ਮੈਂ ਹੁਣੇ ਇਹਦੇ ਨਾਲ ਇੱਕ ਡੀਲ ਕਰ ਰਿਹਾ ਹਜੇ ਜੀ, ਕਿ ਕਈ ਵਾਰੀ ਆਪਾਂ ਐਜ਼ ਅ ਰੀਅਲਟਰਸ ਲੱਗ ਰਿਹਾ ਹੁੰਦਾ ਕਿ ਪਹਿਲਾਂ ਇਹ ਜਿਹੇ ਸਵਾਲ ਕਦੇ ਬਾਹਲੇ ਆਏ ਨਹੀਂ ਸੀਗੇ, ਜਿਹੜੇ ਪੁਰਾਣੇ ਰੀਅਲਟਰਸ ਖਾਸ ਕਰਕੇ ਉਹਨਾਂ ਨੂੰ ਪਤਾ ਹੋਊਗਾ, ਤਾਂ ਉਹ ਹੁੰਦਾ ਵੀ ਪਹਿਲਾਂ ਸਟੇਟਸ ਥੋੜ੍ਹਾ ਪੁੱਛਦੇ ਸੀ ਵੀ ਤੁਸੀਂ ਤੁਹਾਡਾ ਕੀ ਸਟੇਟਸ ਆ। ਪਹਿਲਾਂ ਵੈਸੇ ਵੀ ਓਪਨ ਸੀਗਾ ਜੀ, ਕੋਈ ਵੀ ਬੰਦਾ ਇੱਥੇ ਕਿ ਰੀਅਲ ਸਟੇਟ ਬਾਏ ਕਰ ਸਕਦਾ ਸੀ। ਹੁਣ ਹੋ ਗਿਆ ਜਦੋਂ ਦਾ ਫੋਰਨ ਟੈਕਸ ਐਪਲੀਕੇਸ਼ਨ ਆਈ ਹੈ, ਤਾਂ ਉਹਦੇ ਨਾਲ ਜਦੋਂ ਉਹਨਾਂ ਨੇ ਕੀਤਾ ਕਿ ਜਿਹੜਾ ਫੋਰਨ ਬਾਇਰ ਆ ਰਿਹਾ ਉੱਥੇ ਉਹਦੇ ਕੋਲ ਸਟੇਟਸ ਕੀ ਹੈ, ਜੇ ਈਦਰ ਯੂ ਗੋਟ ਟੂ ਬੀ ਪਰਮਨੈਂਟ ਰੈਜ਼ੀਡੈਂਸ ਜਾਂ ਤੁਸੀਂ ਸਿਟੀਜ਼ਨ ਆ ਤਾਂ ਤੁਸੀਂ ਪ੍ਰੋਪਰਟੀ ਜੋ ਲੈਂਦੇ ਉੱਥੇ, ਤਾਂ ਤੁਹਾਡਾ ਜਿਹੜਾ ਨੋਰਮਲ ਟੈਕਸ ਆ ਪ੍ਰੋਪਰਟੀ ਟਰਾਂਸਫਰ ਟੈਕਸ ਜਿਹੜਾ ਆ, ਕਿਉਂਕਿ ਦੋ ਤਰ੍ਹਾਂ ਦੇ ਟੈਕਸ ਆ ਨਾ, ਇੱਕ ਸਿਟੀ ਦਾ ਟੈਕਸ ਹੁੰਦਾ ਹੈ, ਇੱਕ ਪ੍ਰੋਪਰਟੀ ਟਰਾਂਸਫਰ ਟੈਕਸ ਹੁੰਦਾ। ਜਿਹੜਾ ਪ੍ਰੋਪਰਟੀ ਟਰਾਂਸਫਰ ਟੈਕਸ ਹੁੰਦਾ ਜਿਹੜਾ BC ਗਵਰਨਮੈਂਟ ਨੂੰ ਜਾਂਦਾ, ਉਹ ਪਹਿਲੇ 2 ਲੱਖ ਤੇ 1% ਹੁੰਦਾ, ਤੇ ਰਿਮਾਈਂਡਰ 2 ਮਿਲੀਅਨ ਤੱਕ ਉਹ 2% ਹੁੰਦਾ ਜੀ, ਤੇ 2 ਮਿਲੀਅਨ ਤੋਂ ਉੱਪਰ ਫਿਰ ਵੱਧ ਜਾਂਦਾ। ਚਲੋ ਇਹ ਡਿਫਰੈਂਟ ਟੌਪਿਕ ਆ ਸਾਰਾ। ਪਰ ਜਿਨ੍ਹਾਂ ਕੋਲ ਸਟੇਟਸ ਹੈ ਨਹੀਂ ਗਾ ਕੈਨੇਡਾ ਦਾ, ਜਿਹਨਾਂ ਨੂੰ ਲੱਗਿਆ ਵੀ ਪ੍ਰਾਈਸਿਸ ਬਹੁਤ ਹਾਈਕ ਹੋ ਰਹੀਆਂ, ਉਦੋਂ ਫਿਰ ਇਹਨਾਂ ਨੇ ਫੋਰਨ ਬਾਇਰਸ ਵਾਸਤੇ ਇੱਕ ਐਕਸਟਰਾ ਔਨ ਟਾਪ ਆਫ ਦੀਸ ਟੈਕਸ ਜਿਹੜੇ ਹੁਣ ਆਪਾਂ ਗੱਲ ਕਰਕੇ ਹਟਿਆ, ਇਹਦੇ ਉੱਤੋਂ ਦੀ ਇੱਕ 15% ਟੈਕਸ ਹੋਰ ਲਾਤਾ ਜੀ, ਸਿੰਪਲੀ ਤਾਂ ਕਿ ਉਹਨਾਂ ਨੂੰ ਜਿਹੜੀ ਕਿਸੇ ਤਰੀਕੇ ਨਾਲ ਠੱਲ ਪਾਈ ਜਾਵੇ ਪ੍ਰਾਈਸਿਸ ਨੂੰ, ਤਾਂ ਕਿ ਉਹ ਫੋਰਨ ਬਾਇਰ ਜਿਹੜਾ ਆਉਂਦਾ ਹੈ ਤਾਂ ਉਹਨਾਂ ਨੂੰ ਐਕਸਟਰਾ ਪੈਸੇ ਦੇਣੇ ਪੈਣਗੇ ਜੀ। ਪਰ ਇਹਦੇ ਵਿੱਚ ਕੋਈ ਵੱਡੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਆਪਾਂ ਲੈਂਦੇ ਹਾਂ ਘਰ, ਤਾਂ ਐਜ਼ ਅ ਰੀਅਲਟਰ ਮੈਂ ਪਰਸਨਲੀ ਇਹ ਕੁਐਸਚਨ ਨਹੀਂ ਸੀ ਕੀਤਾ, ਜਿਹੜਾ ਮੈਨੂੰ ਪੁੱਛਣਾ ਤਾਂ ਚਾਹੀਦਾ ਸੀ, ਪਰ ਕਿਵੇਂ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਪਰਮਨੈਂਟ ਰੈਜ਼ੀਡੈਂਟ ਨੇ ਜਾਂ ਇਹ ਸਿਟੀਜ਼ਨ ਹੋਣੇ ਨੇ, ਕਿਉਂਕਿ ਇਦੋਂ ਪਹਿਲਾਂ ਸਵਾਲ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ, ਕਈ ਵਾਰ ਅੰਦਾਜ਼ਾ ਨਹੀਂ ਲੱਗਦਾ। ਹਾਂ, ਹੁਣ ਇਹ ਹੁੰਦਾ ਕਿ ਜਦੋਂ ਪਤਾ ਕੀਤਾ ਉਹ ਕਹਿੰਦੇ ਨਹੀਂ, ਜੇ ਤਾਂ ਬੰਦਾ ਵਰਕ ਪਰਮਿਟ 'ਤੇ ਆਇਆ ਹੋਇਆ ਕੋਈ ਜਾਣਾ ਵੀ ਹਸਬੈਂਡ ਵਾਈਫ ਜੀ, ਉਹ ਕੋਈ 2 ਸਾਲ ਦਾ ਵਰਕ ਪਰਮਿਟ ਆ, ਬੇਸ਼ੱਕ ਉਹਨਾਂ ਨੇ ਅਪਲਾਈ ਕੀਤਾ ਹੋਇਆ ਇਮੀਗ੍ਰੇਸ਼ਨ ਵਾਸਤੇ ਜੀ, ਤਾਂ ਉਹ ਦੂਜੀ ਕੈਟੇਗਰੀ 'ਚ ਆਉਂਦੇ ਆ, ਉਹ ਫੋਰਨਰਸ ਦੇ ਵਿੱਚ ਹੀ ਆਉਂਦੇ ਨੇ। ਸੋ ਉਹਨਾਂ 'ਤੇ ਉਹ 15% ਦਾ ਟੈਕਸ ਇੰਪਲੀਮੇਸ਼ਨ ਉਹਦੀ ਹੋਣੀ ਆ ਜੀ। ਪਰ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ ਰੱਖਿਆ ਹੋਇਆ ਵੀ ਇੱਕ ਇਨਵੀਟੇਸ਼ਨ ਪ੍ਰੋਗਰਾਮ ਹੈਗਾ ਆ, ਉਹ ਹੈਗਾ BCPNP ਦਾ, ਵੀ ਜੇ ਉਹ ਉਹਨਾਂ ਦੇ ਥਰੂ ਤੁਸੀਂ ਇੱਥੇ ਆਉਂਦੇ ਹੋ, ਉਹਨਾਂ ਦੇ ਇਨਵੀਟੇਸ਼ਨ 'ਤੇ ਤੁਸੀਂ ਇੱਥੇ ਆਉਂਦੇ ਹੋ, ਅਤੇ ਜੇ ਤੁਸੀਂ ਉਹਦੇ ਬੇਸ ਦੇ ਉੱਤੇ ਤੁਸੀਂ ਇੱਥੇ ਆ ਕੇ ਕੰਮ ਕਰਦੇ ਹੋ ਜੀ, ਫਿਰ ਉਹ 'ਤੇ ਐਗਜ਼ੰਪਟਡ ਆ ਉਹ। ਪਰ ਇਹਦੇ ਵਾਸਤੇ ਜ਼ਰੂਰੀ ਇਹ ਹੈ ਕਿ ਤੁਸੀਂ ਡੋਂਟ ਟਰਸਟ ਮੀ ਔਨ ਦੈਟ, ਮੈਨੂੰ ਨਾ ਕੋਟ ਕਰਿਓ ਜੀ, ਪਰ ਮੈਂ ਵੀ ਕਿਸੇ ਲਾਇਰਸ ਤੋਂ ਪਤਾ ਕਰਕੇ ਇਹ ਗੱਲ ਕਰ ਰਿਹਾ ਜੀ। ਪਰ ਹਮੇਸ਼ਾ ਇਹ ਆਪਣਾ ਸਟੇਟਸ ਜ਼ਰੂਰ ਪਤਾ ਕਰੋ ਜੀ, ਫਿਰ ਉਸ ਤੋਂ ਬਾਅਦ ਤੁਹਾਡੇ 'ਤੇ ਉਹ 15% ਦਾ ਟੈਕਸ ਦੀ ਇੰਪਲੀਮੇਸ਼ਨ ਹੁੰਦੀ ਆ, ਇਹ ਜ਼ਰੂਰ ਪਤਾ ਕਰੋ ਜੀ। ਇਹਦਾ ਬੈਸਟ ਆਨਸਰ ਤੁਹਾਨੂੰ ਚਾਹੇ ਤਾਂ ਇਮੀਗ੍ਰੇਸ਼ਨ ਲਾਇਰਸ ਦੇ ਸਕਦੇ, ਜਾਂ ਤੁਹਾਡੇ ਅਕਾਊਂਟੈਂਟ ਜਾਂ ਤੁਹਾਡੇ ਟੈਕਸ ਲਾਇਰਸ ਦੇ ਸਕਦੇ ਨੇ ਜੀ। ਸੋ ਇਹ ਜ਼ਰੂਰ ਪਤਾ ਕਰ ਲਿਓ। ਐਜ਼ ਅ ਰੀਅਲਟਰ ਵੀ ਪਤਾ ਕਰ ਲੈਣਾ ਚਾਹੀਦਾ, ਕਿਉਂਕਿ ਇਹ ਨਵੀਂ ਚੀਜ਼ ਆ ਜੀ, ਜਿਹੜੇ ਨਵੇਂ ਰੀਅਲਟਰਸ ਆਉਂਦੇ ਨੇ ਬਣ ਰਹੇ, ਉਹਨਾਂ ਦੇ ਵਾਸਤੇ ਤਾਂ ਮੇਰਾ ਖਿਆਲ ਇਹ ਇਨਫੋਰਮੇਸ਼ਨ ਉਹਨਾਂ ਨੂੰ ਹੋਊਗੀ, ਪਰ ਜਿਹੜੇ ਪੁਰਾਣੇ ਰੀਅਲਟਰ ਕੋਈ ਸੁਭਾਅ ਦੇ ਮੁਤਾਬਕ ਕੰਮ ਕਰ ਰਹੇ ਹੁੰਦੇ ਆ ਜੀ, ਉਹ ਕਈ ਵਾਰੀ ਨਹੀਂ ਪੁੱਛਦੇ। ਇਹ ਜਿਹੜਾ 15% ਟੈਕਸ ਆ, ਇਹ BC ਨੇ ਲਾਇਆ ਸੀ ਜਾਂ ਫੈਡਰਲ ਦਾ ਟੈਕਸ ਹੈ? BC। ਓਕੇ, ਹਾਂਜੀ, ਠੀਕ ਹੈ ਜੀ। ਸੋ ਇਸ ਕਰਕੇ ਜਿਸ ਤਰੀਕੇ ਨਾਲ ਝਾਜ ਸਾਹਿਬ ਨੇ ਕਿਹਾ ਕਿ ਘੱਟੋ ਘੱਟ ਕਿਸੇ ਇਮੀਗ੍ਰੇਸ਼ਨ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ, ਕਿਉਂਕਿ ਹਾਲਾਂਕਿ ਵੱਖਰੇ ਕਿਉਂਕਿ ਪ੍ਰੋਗਰਾਮ ਬਾਹਰ ਵੀ ਦੇਖਣਾ BC ਤੋਂ ਲੋਕਾਂ ਨੇ, ਸੋ ਹਰ ਥਾਂ 'ਤੇ ਇੱਦਾਂ ਦੇ ਵੱਖਰੇ ਜਿਹੜੇ ਕਾਇਦੇ ਕਾਨੂੰਨ ਹੁੰਦੇ ਆ। ਮੇਰੇ ਖਿਆਲ ਨਾਲ ਅੰਟਾਰੀਓ ਵਿੱਚ ਜਾਂ ਹੋਰ ਥਾਂ 'ਤੇ ਇਸ ਤਰੀਕੇ ਦੇ ਕੋਈ ਵੱਖਰੇ ਕਾਨੂੰਨ ਹੋਣਗੇ, ਕਿਉਂਕਿ ਮੈਨੂੰ ਲੱਗਦਾ ਐਕਚੁਅਲੀ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਡਿਫਰੈਂਟ ਲਾਜ਼ ਨੇ। ਈਵਨ BC ਦੇ ਵਿੱਚ ਵੀ ਜਦੋਂ ਪਹਿਲਾਂ ਟੈਕਸ ਆਇਆ ਸੀਗਾ, ਉਦੋਂ GVRD ਵਾਸਤੇ ਆਇਆ ਸੀ ਜੀ, ਆਇਲੈਂਡ 'ਤੇ ਹੈ ਨਹੀਂ ਸੀ, ਹੁਣ ਆਇਲੈਂਡ 'ਤੇ ਵੀ ਚਲੇ ਗਿਆ। ਹੁਣ ਆਇਲੈਂਡ ਤੋਂ ਬਾਅਦ ਫਿਰ ਇਹ ਫੋਰ ਐਗਜ਼ਾਮਪਲ ਮੇਰਠ ਦੇ ਵਿੱਚ ਜਾਂ ਕਿਤੇ ਹੋਰ ਛੋਟੇ ਸ਼ਹਿਰਾਂ ਦੇ ਵਿੱਚ
ਉਹਨਾਂ ਨੇ ਸੀਗਾ ਪ੍ਰਮੋਟ ਕਰੀਏ ਤਾਂ ਕਿ ਇੱਥੋਂ ਦੀ ਪਾਪੂਲੇਸ਼ਨ ਨੂੰ ਡਾਈਵਰਸ ਕਰਕੇ ਬਾਹਰ ਨੂੰ ਕੱਢੀਏ। ਜੀ ਪਰ ਇਹਨੂੰ ਫਿਰ ਵੀ ਅਗੇਨ ਜਿਹੜੀ ਇਹ ਟੈਕਸੇਸ਼ਨ ਦਾ ਸਵਾਲ ਹੈ, ਇਹਨੂੰ ਤੁਸੀਂ ਆਪਣੇ ਕਿਸੇ ਵੀ ਕਿੱਥੇ ਤੇ ਕਿੰਨਾ ਤੇ ਕਿਹਦੇ ਵੱਲੋਂ ਇੰਪਲੀਮੈਂਟ ਹੁੰਦਾ, ਇਹ ਤੁਸੀਂ ਐਕਚੁਅਲੀ ਕਿਸੇ ਵੀ ਟੈਕਸ ਮਾਹਰ ਤੋਂ ਪੁੱਛ ਲੈਣਾ ਚਾਹੀਦਾ, ਜਾਂ ਉਹਨਾਂ ਦੇ ਜਿਹੜੇ ਲਾਇਰਸ ਆ ਉਹਦਾ ਬੈਟਰ ਆਨਸਰ ਕਰ ਸਕਦੇ। ਸਭ ਤੋਂ ਵੱਡਾ ਸਵਾਲ ਤੇ ਇਸ ਵਕਤ ਇਹੀ ਆ ਕਿ ਇਹ ਆਖਰ ਇਹ ਮਾਰਕੀਟ ਤਾਂ ਜਾ ਕਿਉਂ ਰਹੀ ਆ, ਪਰ ਹੁਣ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਕਿ ਅਸੀਂ ਕਿਸੇ ਤੋਂ ਵੀ ਪੁੱਛਦੇ ਹਾਂ ਜਾਂ ਤੁਸੀਂ, ਤੁਹਾਡਾ ਵੀ ਇੰਨੇ ਸਾਲਾਂ ਤਜਰਬਾ ਆ, ਉਹ ਕਹਿੰਦੇ ਵੀ ਪਤਾ ਨਹੀਂ ਵੀ ਕੀ ਹੋ ਕੀ ਰਿਹਾ। ਪਹਿਲਾਂ ਵੀ ਕਿਤੇ, ਕਿਉਂਕਿ ਇੰਨੇ ਸਾਲ ਹੋ ਗਏ ਤੁਹਾਨੂੰ ਇਸ ਮਾਰਕੀਟ ਵਿੱਚ, ਪਹਿਲਾਂ ਵੀ ਕਿਤੇ ਇਹੋ ਜਿਹੇ ਹਾਲਾਤ ਪਤਾ ਹੋਏ ਪੈਦਾ ਕਿ ਇਸ ਤਰੀਕੇ ਨਾਲ ਮਾਰਕੀਟ 'ਚ ਹੋਇਆ ਹੋਵੇ ਤੇ ਜਵਾਬ ਕੋਈ ਆਇਆ ਨਾ ਹੋਵੇ ਕਿਸੇ ਕੋਲ ਵੀ? ਨਹੀਂ, ਪਹਿਲਾਂ ਵੀ ਹੋਇਆ ਮੇਰਾ ਖਿਆਲ, ਜੇ ਮੈਂ ਸਾਲ ਤਾਂ ਮੈਂ ਨਹੀਂ ਸਹੀ ਕੋਟ ਕਰ ਸਕਦਾ, ਪਰ ਮੈਨੂੰ ਲੱਗਦਾ 2011 ਦੇ ਵਿੱਚ ਨਾ ਲੱਗਦਾ ਸੀ ਕਿ ਮਾਰਕੀਟ ਕਾਫੀ ਸਲੋ ਰਹੂਗੀ। ਤੇ ਆਲ ਆਫ ਸਡਨ ਚਾਈਨਾ ਤੋਂ, ਮੇਨਲੈਂਡ ਚਾਈਨਾ ਤੋਂ ਬਹੁਤ ਜ਼ਿਆਦਾ ਇਨਵੈਸਟਰ ਆਇਆ ਇੱਥੇ। ਤਾਂ ਉਹ 2011 ਬਹੁਤ ਇੱਕਦਮ ਬਿਜ਼ੀ ਹੋਇਆ, ਪਰ ਉਹ ਸੀਗਾ ਕਿ ਯੈਸ ਫੋਰਨਰ ਬਾਹਰ ਇੱਥੇ ਆਇਆ, ਤੇ ਉਦੋਂ ਆਪਣੀ ਗਵਰਨਮੈਂਟ ਦੇ ਕੋਲ ਕੋਈ ਰੈਗੂਲੇਸ਼ਨ ਨਹੀਂ ਸੀ, ਕੋਈ ਫੋਰਨ ਬਾਇਰ ਟੈਕਸ ਵਗੈਰਾ ਨਹੀਂ ਸੀਗਾ, ਉਦੋਂ ਬਾਅਦ ਹੀ ਹੋਇਆ। ਤੇ ਉਦੋਂ ਵੀ ਇਹ ਹੋਇਆ ਸੀ ਵੀ ਜਿਹੜਾ ਘਰ 9 ਲੱਖ ਦਾ ਪਹਿਲਾਂ 9 ਦਾ ਲੱਗਿਆ ਹੁੰਦਾ ਸੀ, 8.5 ਦਾ, 8.25 ਦਾ ਵਿਕਦਾ ਸੀ, ਉਹ ਆਲ ਆਫ ਸਡਨ 9 ਦਾ, 9.5 ਦਾ ਹੋ ਗਿਆ, 11 ਦਾ, 12 ਦਾ ਹੋਇਆ। ਜਿਵੇਂ ਵਾਈਟ ਰੌਕ, ਉਹਨਾਂ ਨੇ ਏਰੀਆਜ਼ ਲੱਭੇ ਸੀਗੇ ਜਿਹੜੇ ਚਾਈਨੀਜ਼ ਇਨਵੈਸਟਰ ਜਾਂ ਕੋਰੀਅਨਸ ਆਏ ਸੀ, ਉਦੋਂ ਪਹਿਲਾਂ ਕੋਰੀਅਨਸ ਆਏ ਸੀਗੇ, ਉਹ ਕੀ ਆਏ ਸੀਗੇ, ਦੇ ਕੇਮ ਵਿਦ ਕੈਸ਼, ਪੈਸਾ ਲੈ ਕੇ ਆਏ। ਉਹਨਾਂ ਦੇ ਹਿਸਾਬ ਨਾਲ ਆਪਣੀ ਜ਼ਮੀਨ ਇੱਥੇ ਡਰਟ ਬਹੁਤ ਚੀਪ ਸੀ। ਉਹ ਕਿਵੇਂ ਚੀਪ ਸੀ, ਉਹਦਾ ਮਤਲਬ ਇਹ ਹੁੰਦਾ ਕਿ ਜੇ ਆਪਾਂ ਜਿਹੜੀ ਜੋਗ੍ਰਾਫੀਕਲ ਸਿਚੁਏਸ਼ਨ ਆ, ਜਿੱਥੇ ਆਪਾਂ ਬੈਠੇ, ਲੋਕੇਸ਼ਨ ਆ ਸੌਰੀ ਆਪਣੀ, ਉਹ ਜਿੱਥੇ ਆਪਾਂ ਬੈਠੇ ਹਾਂ, ਸਮੁੰਦਰ ਵੀ ਆ ਇੱਥੇ, ਵੈਦਰ ਬਹੁਤ ਸੋਹਣਾ ਆ ਇੱਥੇ, ਸਾਲਟ ਵਾਟਰ ਲੇਕਸ, ਦੁਨੀਆ ਲੇਕਸ ਜਿਹੜੀ ਕੀ ਹੈ ਨਹੀਂ ਦੁਨੀਆ ਦਾ ਜਿਹੜਾ ਆਮ ਹੈਗਾ ਹਰੇਕ ਪਾਸੇ, ਉਹ ਆਪਣੇ ਕੋਲੇ ਉਹ ਤੋਂ ਸਾਰਾ ਕੁਝ ਅਬੰਡੈਂਸ ਦੇ ਵਿੱਚ ਹੈ। ਸੋ ਇਹ ਇੱਕ ਅਟਰੈਕਸ਼ਨ ਬਹੁਤ ਸੋਹਣੀ ਹੈ। ਪਰ ਜੇ ਇਹਦੇ ਨਾਲ ਕੰਪੈਰੇਬਲ ਕਰੀਏ ਆਪਾਂ ਸੈਨ ਫਰਾਂਸਿਸਕੋ ਦਾ ਉਹਨਾਂ ਦਿਨਾਂ ਦੇ ਵਿੱਚ, ਜਾਂ ਟੋਕੀਓ ਦਾ ਕਰ ਲਈਏ, ਜਾਂ ਬੰਬੇ ਦਾ ਕਰ ਲਈਏ, ਜਿਹੜਾ ਭਾਰਤ ਜਾਂ ਮੁੰਬਈ ਕਹਿੰਦੇ ਵਟਐਵਰ, ਉਹਨੂੰ ਕਰ ਲਈਏ, ਤਾਂ ਉਹਦੇ ਹਿਸਾਬ ਨਾਲ ਰੀਅਲ ਸਟੇਟ ਪ੍ਰਾਈਸਿਸ ਇੱਥੇ ਬਹੁਤ ਸਸਤੀਆਂ ਸੀਗੀਆਂ, ਬਹੁਤ ਜ਼ਿਆਦਾ ਸਸਤੀਆਂ ਸੀ। ਦਿੱਲੀ ਦੇ ਵਿੱਚ ਬੰਦਾ ਅਪਾਰਟਮੈਂਟ ਵੇਚਦਾ ਸੀਗਾ ਤੇ ਇੱਥੇ ਆ ਕੇ ਬੰਦਾ ਬ੍ਰੈਂਡ ਨਿਊ ਘਰ ਕੈਸ਼ ਲੈ ਲੈਂਦਾ ਸੀ। ਉਦੋਂ ਪ੍ਰਾਈਸਿਸ ਇੰਨੀਆਂ ਸਸਤੀਆਂ ਸੀ। ਹੁਣ ਪ੍ਰਾਈਸਿਸ ਬੈਲੈਂਸ ਹੋ ਰਹੀਆਂ ਵਰਲਡ ਵਾਈਡ, ਦੁਨੀਆ ਦੇ ਹਿਸਾਬ ਨਾਲ ਹਜੇ ਆਪਾਂ ਪ੍ਰਾਈਸਿਸ ਨੂੰ ਬੈਲੈਂਸ 'ਚ ਆਪਾਂ, ਹਾਂ ਆਪਣੇ ਹਿਸਾਬ ਨਾਲ ਇੱਥੇ ਪ੍ਰਾਈਸਿਸ ਬਹੁਤ ਜ਼ਿਆਦਾ ਨੇ, ਕਿਉਂਕਿ ਇੱਥੇ ਹੋਰ ਕੁਝ ਹੈ ਨਹੀਂ ਕਰਨ ਨੂੰ। ਪਰ ਹਾਂ, ਦੁਨੀਆ ਦੀ ਜੇ ਸੋਹਣੀ ਜਗ੍ਹਾ ਤੇ ਰਹਿਣਾ, ਉਹਦੀ ਕੀਮਤ ਆ, ਉਹ ਆਪਾਂ ਪੇ ਕਰ ਰਹੇ। ਸੋ ਮਤਲਬ ਉਹੀ ਹੈ ਕਿ ਵਿਸ਼ਵੀਕਰਨ ਦੇ ਵਿੱਚ ਹੁਣ ਇਹ ਵੀ ਮਾਰਕੀਟ ਵੀ ਆ ਗਈ ਆ ਕਿ ਪਹਿਲਾਂ ਇਹ ਹੁੰਦਾ ਸੀ ਕਿ ਕਿਤੇ ਹੋਰ ਥਾਂ ਮਾਰਕੀਟ ਜ਼ਿਆਦਾ ਮਹਿੰਗੀ ਹੈ ਤੇ ਇੱਥੇ ਆ ਕੇ ਉਹ ਘਰ ਲੈ ਲੈਂਦਾ ਸੀ, ਪਰ ਹੁਣ ਉਹਦੇ ਹਿਸਾਬ ਨਾਲ ਰੇਟ ਇੱਥੇ ਵੀ ਚੱਕੇ ਗਏ। ਨਹੀਂ, ਜਿਹੜਾ ਵੈਲਥੀ ਬੰਦਾ ਉਹਦੇ ਹਿਸਾਬ ਨਾਲ ਹਜੇ ਵੀ ਠੀਕ ਆ ਮਾਰਕੀਟ। ਜੇ ਜਿਹੜਾ ਵੈਲਥੀ ਬੰਦਾ, ਜੇ ਕੋਈ ਬੰਦਾ ਮੇਨਲੈਂਡ ਚਾਈਨਾ ਤੋਂ ਵੀ ਆ ਰਿਹਾ, ਜਿਨ੍ਹਾਂ ਕੋਲ ਮਿਲੀਅਨਸ ਆਫ ਡਾਲਰਸ ਹੈਗੇ ਨੇ ਇਨਵੈਸਟ ਕਰਨ ਨੂੰ, ਉਹਨਾਂ ਵਾਸਤੇ ਇਹ ਮਾਰਕੀਟ ਇੰਨੀ ਮਹਿੰਗੀ ਨਹੀਂ। ਇਹ ਪ੍ਰੋਬਲਮ ਆਉਂਦੀ ਹੈ ਜਦੋਂ ਮਾਰਕੀਟ, ਹੁਣ ਜੇ ਮਹਿੰਗੀ ਸਸਤੀ ਦਾ ਰੌਲਾ ਤਾਂ ਇਹ ਹੈ ਨਾ, ਕਿਉਂਕਿ ਵੈਸਟ ਵੈਨਕੂਵਰ ਆਲਵੇਜ਼ ਮਹਿੰਗਾ ਰਿਹਾ, ਵੈਨਕੂਵਰ ਦੀ ਵੈਸਟ ਸਾਈਡ ਆਲਵੇਜ਼ ਮਹਿੰਗੀ ਰਹੀ ਹੈ। ਪਰ ਆਪਾਂ ਤਾਂ, ਆਪਣੇ ਕੋਲ ਚੋਇਸ ਹੁੰਦੀ ਹੈ, ਆਪਾਂ ਨਾ ਉੱਥੇ ਲਓ, ਆਪਾਂ ਸਸਤੀ ਜਗ੍ਹਾ ਤੇ ਘਰ ਲੈ ਸਕਦੇ ਹਾਂ। ਪਰ ਹੁਣ ਇਹ ਰੌਲਾ ਇਹ ਪੈ ਗਿਆ ਕਿ ਜਿਹੜਾ ਆਮ ਬੰਦਾ ਜਾਵੇ ਕਿਤੇ, ਜੋਬਾਂ ਹੈ ਨਹੀਂ ਜੇ ਬਾਹਰ ਨਿਕਲਦੇ ਆ ਤਾਂ। ਹੁਣ ਇਹ ਰੌਲਾ ਆਇਆ ਕਿਉਂਕਿ ਪਹਿਲਾਂ ਵੈਨਕੂਵਰ ਮਹਿੰਗਾ ਸੀ ਕਿ ਬੰਦਾ ਹੌਲੀ ਹੌਲੀ ਸ਼ਿਫਟ ਕਰਕੇ ਸਰੀ ਆ ਗਿਆ, ਡੈਲਟਾ 'ਚ ਆ ਗਿਆ, ਉਹਦੇ ਬਾਅਦ ਲੈਂਗਲੀ ਚਲੇ ਗਿਆ, ਐਬਸਫੋਰਡ ਚਲੇ ਗਿਆ, ਜਾਂ ਹੋਰ ਏਰੀਆਸ ਨਿਕਲ ਜਾਂਦਾ। ਪਰ ਹੁਣ ਆਲ ਆਫ ਸਡਨ ਕੀ ਹੋ ਗਿਆ ਕਿ ਉਹ ਸਾਰਾ ਕੁਝ ਹੀ ਬੈਲੈਂਸ ਹੋ ਗਿਆ। ਹੁਣ ਬੰਦਾ ਵੈਨਕੂਵਰ ਤੋਂ ਘਰ ਵੇਚ ਕੇ ਆਉਂਦਾ, ਉਨੇ ਕੁ ਦਾ ਇੱਥੇ ਮਿਲ ਰਿਹਾ, ਉਹ ਜਾਊ ਕਿੱਥੇ? ਪਰ ਜਿਹੜਾ ਹੈਗਾ, ਜਿਹੜਾ ਫਸਟ ਟਾਈਮਰਸ ਨੇ, ਜਿਨ੍ਹਾਂ ਨੇ ਜ਼ਿੰਦਗੀ ਸ਼ੁਰੂ ਕਰਨੀ ਆ, ਉਹ ਕਿੱਥੇ ਜਾਣਗੇ? ਉਹਨਾਂ ਵਾਸਤੇ ਵੱਡੀ ਇਸ਼ੂ ਹੈ, ਕਿਉਂਕਿ 20% ਜੇ ਟਾਊਨ ਹਾਊਸ ਆ $7 ਲੱਖ ਦਾ ਆ, ਉਹਦਾ 20% ਜੇ ਆਪਾਂ ਨਹੀਂ ਦਿੰਦੇ ਤਾਂ ਤੁਹਾਡੀ ਬਾਰ ਬੜੀ ਡਿਫਰੈਂਟ ਆ ਉਹਦੀ, ਉਹਨੂੰ ਕੁਆਲੀਫਾਈ ਕਰਨ ਦੀ। ਕਿਉਂਕਿ ਮੌਰਗੇਜ ਸੋਰਸਿਸ ਤੋਂ ਪਤਾ ਕਰਕੇ ਦੇਖੋ, ਦੱਸਦੇ ਵੀ ਅਸੀਂ ਇਹਨੂੰ ਕਿਵੇਂ 3 ਪੁਆਇੰਟ ਐਕਸਟਰਾ ਨਾਲ ਕੁਆਲੀਫਾਈ ਕਰਦੇ। ਸੋ ਉਹ ਤੁਹਾਡੀ ਪੇਮੈਂਟ ਬਹੁਤ ਵੱਡੀ ਹੋ ਜਾਂਦੀ ਹੈ। ਸੋ ਕਿੱਥੋਂ ਪੈਸੇ ਆਉਣਗੇ? ਉਹ ਹਾਂ, ਦੋ ਹੀ ਤਰੀਕੇ ਨੇ, ਚਾਹੇ ਤਾਂ ਪੇਰੈਂਟਸ ਹੈਲਪ ਕਰਨਗੇ ਜਿਨ੍ਹਾਂ ਦੇ ਹੋਣਗੇ, ਜਾਂ ਜਿਨ੍ਹਾਂ ਦੇ ਪੇਰੈਂਟਸ ਕੋਲ ਐਕਸਟਰਾ ਪੈਸਾ ਹੋਊਗਾ, ਜਾਂ ਜਿਹੜੇ ਬੱਚੇ ਬਾਹਰੋਂ ਆ ਰਹੇ ਨੇ, ਜਾਂ ਕੋਈ ਹੁਣ ਜਿਹੜੇ ਜਿਵੇਂ ਆਪਣੇ ਵਰਕ ਪਰਮਿਟਸ 'ਤੇ ਜਾਂ ਹੋਰ ਕਿਸੇ ਤਰੀਕੇ ਨਾਲ ਬਿਜ਼ਨਸ ਪੁਆਇੰਟ ਵਿਊਜ਼ ਨਾਲ ਇੱਥੇ ਆ ਰਹੇ ਨੇ ਇਮੀਗ੍ਰੈਂਟਸ ਡਿਫਰੈਂਟ ਕੰਟਰੀਜ਼ ਤੋਂ, ਉਹ ਪੈਸਾ ਲੈ ਕੇ ਆ ਰਹੇ ਨੇ, ਉਹਨਾਂ ਵਾਸਤੇ ਉਹ ਕਰ ਸਕਦੇ ਨੇ। ਪਰ ਆਮ ਜਿਹੜਾ ਇੱਥੋਂ ਦਾ ਬੱਚਾ ਬੋਰਨ ਆ, ਲੋਕਲ ਆ, ਉਹਦੇ ਪੇਰੈਂਟਸ ਇੱਥੇ ਆ, ਨਾਰਮਲ ਲੇਮੈਨ ਆ ਸਾਡੇ ਵਰਗੇ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਤੁਸੀਂ ਘਰ ਲੈਣਗੇ? ਇਹਦੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਆ ਕੇ ਆ ਰਹੀ ਜਿਹੜੀ। ਸੋ ਪਿਛਲੇ ਪ੍ਰੋਗਰਾਮ 'ਚ ਆਪਾਂ ਚਰਚਾ ਕੀਤੀ ਸੀ, ਉਹਦੇ ਸੰਬੰਧੀ ਇੱਕ ਸਵਾਲ ਆਇਆ ਸੀ, ਮੈਨੂੰ ਯਾਦ ਹੋਣਾ, ਤੁਹਾਨੂੰ ਪੁੱਛ ਲੈਣਾ ਮੈਂ ਉਹ ਫਸਟ, ਕਿਉਂਕਿ ਜ਼ਿਆਦਾਤਰ ਜਿਹੜੇ ਸਵਾਲ ਆਉਂਦੇ ਉਹ ਜਿਹਨਾਂ ਨੇ ਪਹਿਲੀ ਵਾਰ ਲੈਣਾ, ਜਿਹਨਾਂ ਨੂੰ ਬਹੁਤਾ ਤਜਰਬਾ ਹੈ ਨਹੀਂ ਇਸ ਮਾਰਕੀਟ ਦੇ ਵਿੱਚ ਵੀ ਕਿਵੇਂ ਹੁੰਦਾ। ਇੱਕ ਤਾਂ ਸਵਾਲ ਇਹ ਸੀ ਕਿ ਜਿਹੜੀ ਮਾਰਕੀਟ ਵੱਧ ਰਹੀ ਆ, ਥੋੜ੍ਹੀ ਜਿਹੀ ਚਰਚਾ ਆਪਾਂ ਪਿਛਲੀ ਵਾਰ ਕੀਤੀ ਸੀ, ਪਰ ਐਕਚੁਅਲੀ ਥੋੜ੍ਹਾ ਦੱਸ ਦਿਓ ਕਿ ਉਹਦੇ ਵਿੱਚ ਉਨੇ ਭਾਅ ਕੌਂਡੋਸ ਦੇ ਜਾਂ ਜਿਹੜੇ ਇਹ ਟਾਊਨ ਹਾਊਸ ਆ ਉਹਨਾਂ ਦੇ ਵੀ ਵੱਧ ਰਹੇ ਆ,
ਦੂਜੀ ਇਹ ਵੀ ਗੱਲ ਹੈ, ਉਹ ਕਹਿੰਦੇ ਕਿ ਜਦੋਂ ਤੁਸੀਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਵੀ ਜੇ ਤੁਸੀਂ ਇੱਕ ਘਰ ਲੈਂਦੇ ਆ ਉਹਦੇ ਵਿੱਚ ਬੇਸਮੈਂਟ ਹੈਗੀ ਆ ਤਾਂ ਉਹ ਤੁਹਾਡੀ ਕੁਛ ਨਾ ਕੁਛ ਮੌਰਗੇਜ ਕਵਰ ਕਰਦੀ ਹੈ, ਪਰ ਕੀ ਟਾਊਨ ਹਾਊਸ ਵਿੱਚ ਵੀ ਕੁਛ ਇਦਾਂ ਦਾ ਜ਼ਰੀਆ ਹੈਗਾ ਕਿ ਉੱਥੋਂ ਵੀ ਤੁਹਾਡੀ ਕੋਈ ਮੌਰਗੇਜ ਨਿਕਲ ਆਵੇ? ਦੋ ਡਿਫਰੈਂਟ ਸਵਾਲ ਨੇ ਤੁਹਾਡੇ। ਪਹਿਲਾ ਸਵਾਲ ਤਾਂ ਇਹ ਹੈ ਵੀ ਪ੍ਰਾਈਸ ਬਾਕੀ ਕੰਪੈਰੇਟਿਵਲੀ ਵੱਧਦੀ ਕਿ ਨਹੀਂ ਵੱਧਦੀ। ਜੀ ਜਿਹੜੀ ਫ੍ਰੀ ਹੋਲਡ ਲੈਂਡ ਆ, ਜਿਵੇਂ ਘਰ ਹੁੰਦਾ ਨੂੰ ਫ੍ਰੀ ਹੋਲਡ ਕਹਿ ਦਿੰਦੇ ਆਪਾਂ, ਜਿੱਥੇ ਸਟਾਟਾ ਨਹੀਂ ਹੁੰਦਾ ਕੋਈ, ਜੀ ਤੇ ਉਹਦੀ ਕਿਉਂਕਿ ਅਸਲ ਦੇ ਵਿੱਚ ਘਰ ਦੀ ਕੀਮਤ ਘਟਦੀ ਹੈ ਹਰ ਸਾਲ, ਜੀ ਜ਼ਮੀਨ ਦੀ ਕੀਮਤ ਵੱਧਦੀ। ਜੀ ਸੋ ਰੀਅਲ estate ਜਿੱਥੇ ਜਿੰਨੀ ਜਿਹਦੇ ਕੋਲ ਰੀਅਲ estate ਆ, ਜਿਹਨੂੰ ਆਪਾਂ ਜ਼ਮੀਨ ਕਹਿੰਦੇ ਹਾਂ ਅਸਲੀ, ਇਹਦੀ ਪ੍ਰਾਈਸ ਵੱਧਦੀ ਹੈ। ਜਦੋਂ ਤੁਸੀਂ ਅਟੈਚਡ ਘਰ ਆ, ਤੁਸੀਂ ਇੱਕ ਸਿਸਟਮ ਦੇ ਵਿੱਚ ਆ ਗਏ। ਜਦੋਂ ਤੁਸੀਂ ਆਪਣਾ ਕੋਈ ਚੀਜ਼ ਵੇਚਦੇ ਹੋ ਉਹਦੇ 'ਤੇ ਕੋਈ ਸਟਾਰਟਰ ਰੇਟ ਫੀਸ ਵੀ ਹੁੰਦੀ ਹੈ, ਜਾਂ ਤੁਹਾਡੇ ਕੋਲ ਇੱਕ ਲਿਮਿਟਿਡ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਪ੍ਰੋਪਰਟੀ ਨੂੰ, ਜੀ ਉਹਦੇ ਸਟਾਰਟਾ ਵਿੱਚ ਆ ਜਾਂਦਾ। ਪਰ ਉੱਥੇ ਤੁਹਾਡੇ ਕੋਲ ਪੂਰੀ ਮਲਕੀਅਤ ਨਹੀਂ ਆਉਂਦੀ। ਹਾਂਜੀ, ਉਹਦੇ ਵਿੱਚ ਹੁੰਦਾ ਕਿ ਤੁਸੀਂ ਬਾਹਰ ਜਿਵੇਂ ਘਾਹ ਹੋਰ ਕੱਟਦਾ ਕੋਈ ਜਾਣਾ, ਤੁਸੀਂ ਆਪਣੀ ਮਰਜ਼ੀ ਨਾਲ ਏਅਰ ਕੰਡੀਸ਼ਨ ਸਿਸਟਮ ਜਿਹੜਾ ਹੁੰਦਾ ਉਹ ਵੀ ਨਹੀਂ ਲਾ ਸਕਦੇ। ਜੀ ਤੁਸੀਂ ਸੋਚੋ ਵੀ ਮੈਂ ਕੱਲ੍ਹ ਨੂੰ ਉਹਦੀ ਸਾਰੀ ਖਿੜਕੀਆਂ ਬਦਲਣੀਆਂ ਨੇ, ਤੁਸੀਂ ਅੰਦਰ ਕਰ ਸਕਦੇ ਹੋ, ਤੁਸੀਂ ਬਾਹਰ ਕੁਝ ਨਹੀਂ ਕਰ ਸਕਦੇ। ਜੀ ਉਵੇਂ ਹਾਈ ਰਾਈਜ਼ ਬਿਲਡਿੰਗਸ ਜਿਹੜੀਆਂ ਉੱਪਰ ਜਾਂਦੀਆਂ ਨੇ, ਉਹਦੇ 'ਚ ਹੁੰਦਾ ਵੀ ਫਲੋਰਿੰਗ ਨੂੰ ਕਿਵੇਂ ਤੁਸੀਂ ਐ ਨਹੀਂ ਹੈਗਾ ਐਕਸਟਰਾ ਵਾਸ਼ਰੂਮ ਬਣਾ ਲਿਆ ਜਾਂ ਕੁਝ ਹੋਰ ਕਰ ਲਿਆ, ਪੋਸੀਬਲ ਨਹੀਂ ਹੁੰਦਾ, ਕਿਉਂਕਿ ਤੁਹਾਡੇ ਥੱਲੇ ਹੋਰ, ਕਿਉਂਕਿ ਤੁਸੀਂ ਛੱਤ ਨਾਲ ਛੱਤ ਵੀ ਕੀ ਹੁੰਦੀ ਉਹ। ਜੀ ਸੋ ਵਧੀਆ ਸਾਰੀਆਂ ਨੇ। ਜਦੋਂ ਇਹ ਜਿਹਾ ਇਫੈਕਟ ਹੁੰਦਾ, ਓਵਰਆਲ ਪ੍ਰਾਈਸਿਸ ਸਾਰੀਆਂ ਵਧੀਆਂ ਨੇ, ਕਿਉਂਕਿ ਜਿਹੜਾ ਬੰਦਾ ਨਹੀਂ ਕਰ ਅਫੋਰਡ ਕਰਦਾ ਫਿਰ ਉਹ ਡੂਪਲੈਕਸ ਚਲੇ ਜਾਂਦਾ। ਜੇ ਡੂਪਲੈਕਸ ਨਹੀਂ ਅਫੋਰਡ ਕਰਦੇ ਫਿਰ ਟਾਊਨ ਹਾਊਸ ਚਾਹੁੰਦੇ ਹੋ। ਓਬਵੀਅਸਲੀ ਤੁਹਾਡੀ ਬਾਇੰਗ ਤਾਂ ਜੋ ਘਰ ਵੇਚ ਕੇ ਆਉਂਗੇ, ਤੁਹਾਡੀ ਜਾਂ ਘਰ ਲੈਣ ਜਾਂਦੇ ਆ, ਤੁਹਾਡੇ ਕੋਲ ਕੁਝ ਹੁੰਦਾ ਆ, ਕੁਝ ਤੁਹਾਡੇ ਮਾਈਂਡ ਦੇ ਵਿੱਚ ਹੁੰਦਾ ਮੈਂ 9 ਲੱਖ ਤੱਕ ਲੈ ਸਕਦਾ। 9 ਲੱਖ 'ਚ ਘਰ ਨਹੀਂ ਮਿਲ ਰਿਹਾ, ਤੁਸੀਂ ਡੂਪਲੈਕਸ ਦੇਖੋਗੇ। ਜੇ ਡੂਪਲੈਕਸ ਨਹੀਂ ਮਿਲ ਰਿਹਾ, 4+ ਦੇਖੋਗੇ, ਉਹ ਨਹੀਂ ਮਿਲ ਰਿਹਾ, ਤੁਸੀਂ ਟਾਊਨ ਹਾਊਸ 'ਚ ਆ ਜਾਓਗੇ। ਉਹ ਨਹੀਂ ਮਿਲਦਾ, ਤੁਸੀਂ ਕੌਂਡੋ ਜਾਓਗੇ। ਪਰ ਤੁਹਾਡੀ ਬਾਇੰਗ ਤਾਂ ਹੈਗੀ ਹੈ ਨਾ। ਜੀ ਉਹ ਜਿਹੜੀ ਉਹ ਚੀਜ਼ ਆ ਬਾਇੰਗ, ਜਿਹੜਾ ਇਹ ਰਿਪਲ ਇਫੈਕਟ ਆ, ਇਹ ਉਹਦੇ ਨਾਲ ਹਰ ਚੀਜ਼ ਵੱਧਦੀ ਆ। ਸੋ ਬੇਸਿਕਲੀ ਇਹਦਾ ਆਨਸਰ ਯੈਸ, ਪਰ ਕੰਪੈਰੇਟਿਵਲੀ ਉਹ ਨਹੀਂ ਬਰਾਬਰ ਵੱਧਦੀ ਆ। ਨੋ, ਜਿਹੜਾ ਫ੍ਰੀ ਹੋਲਡ ਲੈਂਡ ਹੁੰਦਾ ਉਹਦੀ ਪ੍ਰਾਈਸ ਜ਼ਿਆਦਾ ਵੱਧਦੀ ਆ ਦੂਜੇ ਨੂੰ। ਜੀ ਜਿਹੜਾ ਦੂਜਾ ਸਵਾਲ ਸੀਗਾ ਵੀ ਕਿ ਜਦੋਂ ਆਪਾਂ ਟਾਊਨ ਹਾਊਸ, ਕਿਉਂਕਿ ਜੇ ਆਪਾਂ ਜਿਵੇਂ ਤੁਸੀਂ ਕਹਿੰਦੇ ਕਿ ਆਪਣਾ ਘਰ ਲੈਂਦੇ ਉਹ 'ਚ ਬੇਸਮੈਂਟਾਂ ਹੁੰਦੀਆਂ ਕਿ ਇੱਕ ਦੋ ਬਣੀਆਂ ਹੁੰਦੀਆਂ, ਉਹ ਤੁਹਾਡੀ ਕਾਫੀ ਹੈਲਪ ਕਰ ਦਿੰਦੀਆਂ ਮੌਰਗੇਜ ਪੇ ਕਰਨ ਦੇ ਵਿੱਚ। ਜਦੋਂ ਆਪਾਂ ਟਾਊਨ ਹਾਊਸ ਵਗੈਰਾ ਲੈਂਦੇ ਹਾਂ ਫਿਰ ਉਹ ਚੀਜ਼ ਇੱਧਰੋਂ ਮੰਨੀ ਹੁੰਦੀ ਹੈ, ਸਾਰਾ ਕੁਝ ਤੁਹਾਡੀਆਂ ਸੈਲਰੀਜ਼ 'ਤੇ ਟਿਕਿਆ ਹੁੰਦਾ। ਹਾਂ, ਪਹਿਲੋਂ ਸੀਗਾ ਕਿ ਜਿਹੜਾ ਪੁਰਾਣਾ ਰੈਗੂਲੇਸ਼ਨ ਸੀਗੇ ਕਈ ਮਿਊਨਿਸਪੈਲਿਟੀਜ਼ ਦੇ ਵਿੱਚ, ਹਰੇਕ ਮਿਊਨਿਸਪੈਲਿਟੀ ਨੂੰ ਚੈੱਕ ਕਰਨਾ ਚਾਹੀਦਾ ਜਦੋਂ ਆਪਾਂ ਪਹਿਲੀ ਗੱਲ, ਜਦੋਂ ਆਪਾਂ ਕੋਈ ਚੀਜ਼ ਬਾਏ ਕਰਦੇ ਹਾਂ, ਸਿਰਫ ਅਜ਼ੰਪਸ਼ਨ ਬੇਸ 'ਤੇ ਬਾਏ ਨਾ ਕਰੋ ਕਿ ਐਂ ਹੁੰਦਾ ਹੀ ਹੈ, ਜਾਂ ਕਹਿਣ 'ਤੇ ਨਾ ਤੁਸੀਂ ਆਪਣੀ ਆਪਾਂ, ਕਿਉਂਕਿ ਪੈਸੇ ਆਪਾਂ ਲਾਉਣੇ ਨੇ ਐਜ਼ ਅ ਕੰਜ਼ਿਊਮਰ। ਉਦੋਂ ਬਾਅਦ ਰੀਅਲਟਰ ਦਾ ਜੋਬ ਆ ਤੁਹਾਡੇ ਨਾਲ, ਬਿਕੋਜ਼ ਜਿਹੜਾ ਵੀ ਤੁਹਾਡੇ ਲਈ ਕੰਮ ਕਰਦਾ ਰੀਅਲਟਰ, ਉਹਦੀ ਵੀ ਇਹ ਜੋਬ ਬਣਦੀ ਹੈ ਕਿ ਤੁਹਾਡੇ ਲਈ ਸਾਰਾ ਕੁਝ ਡਿਗ ਆਊਟ ਕਰਕੇ ਲੈ ਕੇ ਆਵੇ। ਹੁਣ ਜਿਹੜੀ ਤੁਹਾਡੇ ਸਵਾਲ ਦੇ ਵਿੱਚ ਇਹ ਹੈ ਕਿ ਪਹਿਲੋਂ ਵਾਕਈ ਆਪਾਂ ਪਹਿਲੋਂ ਤਾਂ ਇਹ ਵੀ ਸੀਗਾ ਕਿ ਬਹੁਤ ਜਿਹੜੇ ਯੂਨਿਟਸ ਹੁੰਦੇ ਨੇ, ਟਾਊਨ ਹਾਊਸ ਯੂਨਿਟਸ ਹੁੰਦੇ ਨੇ, ਉਹਦੇ 'ਚ ਰੈਂਟਲ ਕਈਆਂ 'ਚ ਅਲਾਊਡ ਹੁੰਦਾ, ਕਈਆਂ 'ਚ ਨਹੀਂ ਹੁੰਦਾ। ਜੇ ਪੂਰਾ ਯੂਨਿਟ ਵੀ ਤੁਸੀਂ ਰੈਂਟ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ, ਤੁਹਾਨੂੰ ਐਪਲੀਕੇਸ਼ਨ ਦੇਣੀ ਪੈਂਦੀ ਹੈ, ਫਿਰ ਤੁਸੀਂ ਉਹਦੇ 'ਚ ਇੱਕ ਲਾਈਨ 'ਚ ਆਉਂਦੇ ਹੋ। ਹਾਂ, ਜਦੋਂ ਤੁਸੀਂ ਬਣਦੇ ਲੈ ਲੈਂਦੇ ਹੋ, ਉਦੋਂ ਸਟਾਟਾ ਨਹੀਂ ਫਾਰਮ ਹੋਇਆ ਹੁੰਦਾ, ਉਦੋਂ ਤੁਹਾਡੇ ਕੋਲ ਗ੍ਰੈਂਡਫਾਦਰ ਕਲੌਜ਼ ਬਣ ਜਾਂਦਾ ਬਾਅਦ 'ਚ ਵੀ ਤੁਸੀਂ ਉਦੋਂ ਉਹਨੂੰ ਰੈਂਟ ਕਰ ਸਕਦੇ ਹੋ। ਪਰ ਜਦੋਂ ਤੁਸੀਂ ਇੱਕ ਵਾਰੀ ਵੇਚਤਾ, ਉਦੋਂ ਸਟਾਟਾ ਫਾਰਮ ਹੋਇਆ ਹੁੰਦਾ, ਉਸ ਤੋਂ ਬਾਅਦ ਤੁਸੀਂ ਉਹ ਸਟਾਟਾ ਦੇ ਵਿੱਚ ਆ ਜਾਂਦੇ, ਫਿਰ ਤੁਹਾਨੂੰ ਉਹ ਰੈਗੂਲੇਸ਼ਨ ਜਿਹੜੇ ਵੀ ਹੁੰਦੇ ਆ ਉਹ ਤੁਹਾਨੂੰ ਫੋਲੋ ਕਰਨੇ ਪੈਂਦੇ ਆ। ਹੁਣ ਕੀ ਹੋਇਆ ਕਿ ਜਿਹੜੀ ਹਾਊਸਿੰਗ ਮਾਰਕੀਟ ਦੇ ਵਿੱਚ ਰੈਂਟਲ ਇਸ਼ੂ ਬਹੁਤ ਵੱਡਾ ਆ ਗਿਆ, ਕਿਉਂਕਿ ਇਹ ਆਲਮੋਸਟ ਪਿਛਲੇ 25-30 ਸਾਲ ਤੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਰੈਂਟਲ ਕੁਝ ਬਣੇ ਹੀ ਨਹੀਂ, ਰੈਂਟਲ ਸਵੀਟਸ ਬਣੀਆਂ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਰੀਅਲ estate ਇੰਨੀ ਮਹਿੰਗੀ ਹੋ ਗਈ, ਜਿਹੜਾ ਡਿਵੈਲਪਰਸ ਨੇ ਜਾਂ ਜਿਨ੍ਹਾਂ ਨੇ ਏਡੀਆਂ ਵੱਡੀਆਂ ਬਿਲਡਿੰਗਸ ਬਣਾਉਣੀਆਂ ਨੇ, ਉਹ ਰੈਂਟਲ ਤੋਂ ਉਹਨਾਂ ਤੋਂ ਪੈਸੇ ਨਹੀਂ ਪੂਰਾ ਹੁੰਦਾ, ਬਹੁਤ ਸਾਲ ਪੈਸਾ ਲੱਗਦਾ ਪੈਸੇ ਨੂੰ ਬਰਾਬਰ ਆਉਣ ਲਈ। ਸੋ ਉਹਨਾਂ ਨੇ ਫਿਰ ਰੈਂਟਲ ਕੋਈ ਬਣਾਉਂਦਾ ਨਹੀਂ ਸੀਗਾ। ਸੋ ਹਰ ਡਿਵੀਜ਼ਨ ਦੇ ਵਿੱਚ ਉਹ ਰੈਂਟਲ ਨਿਕਲਣ ਲੱਗ ਗਿਆ। ਰੈਂਟਲ ਜਾਵੇ ਕਿੱਥੇ? ਉਹ ਸੀ ਜਿਹੜੇ ਪੁਰਾਣੇ ਅਪਾਰਟਮੈਂਟ ਸੀ, ਜਾਂ ਉਹ ਯੂਜ਼ ਹੋ ਰਹੇ ਸੀ, ਜਾਂ ਫਿਰ ਜਿਹੜੀਆਂ ਬੇਸਮੈਂਟਸ ਬਣਨ ਲੱਗੇ, ਉਹ ਪਹਿਲਾਂ ਇਲੀਗਲ ਬਣੀਆਂ, ਪਹਿਲਾਂ ਉਹਦਾ ਰੌਲਾ ਪਿਆ, ਫਿਰ ਉਹ ਲੀਗਲਾਈਜ਼ ਹੋਈਆਂ, ਬਿਕੋਜ਼ ਬੰਦੇ ਕਿੱਥੇ ਜਾਣ। ਹੁਣ ਇਸ਼ੂ ਹੈ ਕਿ ਉਹ ਬੇਸਮੈਂਟਸ ਵੀ ਸਾਰੀਆਂ ਭਰੀਆਂ ਹੋਈਆਂ ਨੇ ਅਤੇ ਰੈਂਟਲ ਹਜੇ ਵੀ ਉਹਨਾਂ ਨਹੀਂ ਬਣਿਆ। ਹੁਣ ਆ ਰਿਹਾ ਰੈਂਟਲ ਅੱਗੇ, ਪਰ ਹਜੇ ਆਉਣ ਨੂੰ 4 ਸਾਲ ਲੱਗ ਜਾਣੇ ਨੇ। ਸੋ ਇਸ ਕਰਕੇ ਉਹਨਾਂ ਨੇ ਸਿਟੀਜ਼ ਨੇ ਇਹ ਦੇਖਿਆ ਕਿ ਇਹਨਾਂ ਨੂੰ ਬੇਸਮੈਂਟ ਸਵੀਟਸ ਨੂੰ ਲੀਗਲ ਕਰ ਦਿਓ। ਜੋ ਲੀਗਲ ਕਰਦੇ ਤੁਹਾਡਾ ਉਹਨਾਂ ਦੇ ਇਨਕਮ ਵੱਧ ਗਈ, ਰਿਸੋਰਸਿਸ। ਹੁਣ ਜਿਹੜਾ ਅਗਲਾ ਸਿਸਟਮ ਆ ਰਿਹਾ, ਜਿਹੜੇ ਟਾਊਨ ਹਾਊਸਿਸ ਨੇ, ਉਹਨਾਂ ਨੂੰ ਡਿਜ਼ਾਈਨ ਇਸ ਹਿਸਾਬ ਨਾਲ ਕੀਤਾ ਜਾ ਰਿਹਾ ਵੀ ਜੇ ਉਹਨਾਂ ਦੇ ਵਿੱਚ ਵੀ ਇੱਕ ਰੂਮ ਦੀ ਬੈਚਲਰ ਸਵੀਟ ਬਣ ਜਾਵੇ, ਥਰਡ ਫਲੋਰ ਦੇ ਉੱਤੇ ਜਾਂ ਕਿਵੇਂ ਵੀ ਬਣ ਜਾਵੇ। ਸੋ ਉਹਨੂੰ ਲੀਗਲਾਈਜ਼ ਕਰ ਰਹੀਆਂ ਬਹੁਤ ਸਿਟੀਜ਼, ਪਰ ਸਾਰੀਆਂ ਕਰ ਰਹੀਆਂ ਨਹੀਂ, ਬਹੁਤ ਕਰ ਰਹੀਆਂ ਨੇ। ਪਰ ਉਹ ਆ ਗਏ ਮਾਰਕੀਟ ਦੇ ਵਿੱਚ, ਥੋੜ੍ਹੇ ਆ ਵੀ ਗਏ ਨੇ, ਥੋੜ੍ਹੇ ਮਾਰਕੀਟ ਦੇ ਵਿੱਚ ਅੱਗੇ ਆਉਣਗੇ ਵੀ। ਉਹ ਤੁਹਾਡੀ ਹੈਲਪ ਹੋ ਸਕਦੀ ਹੈ, ਜਿਹੜੀ ਜਿਵੇਂ ਸਟਾਰਟ ਆਫ ਫੀ ਵਗੈਰਾ ਦੀ, ਉਹ ਥੱਲੇ ਉਹਨੇ ਪੈਸੇ ਆ ਜਾਣਗੇ $300-400, ਉਹ ਹੈਲਪ ਹੋ ਸਕਦੀ। ਹਾਂਜੀ ਜੀ, ਮਤਲਬ ਹੱਲੇ ਇਹ 'ਚ ਬਹੁਤੀ ਉਮੀਦ ਰੱਖਣ ਦੀ ਲੋੜ ਨਹੀਂ ਹੱਲੇ ਟਾਊਨ ਹਾਊਸ ਦੇ ਵਿੱਚ।
ਨਹੀਂ ਉਮੀਦ ਰੱਖਣ ਨਹੀਂ, ਜੇ ਤਾਂ ਪੁਰਾਣਾ ਲਓਗੇ ਉਹਦੇ ਵਿੱਚ ਤਾਂ ਹੈ ਨਹੀਂ ਜੀ, ਜੀ। ਕਿਉਂਕਿ ਜੇ ਤੁਸੀਂ ਕਿਸੇ ਵੀ ਰੈਂਟਲ ਸਵੀਟ ਦਿੰਦੇ ਹੋ, ਤੁਹਾਨੂੰ ਉਹਨਾਂ ਨੂੰ ਪ੍ਰਾਈਵੇਸੀ ਲਈ ਤੁਹਾਨੂੰ ਕੋਈ ਐਕਸਟਰਾ ਐਕਸੈਸ ਦੇਣੀ ਪੈਣੀ ਨਾ, ਘਰੋਂ ਬਾਹਰ ਜਾਣ ਦੀ, ਆਉਣ ਜੀ। ਦੀ। ਥੋੜੀ ਪ੍ਰਾਈਵੇਸੀ ਦਾ ਵੀ ਹਾਂ, ਉਹਨਾਂ ਦੇ ਫਿਰ ਉਹਨੂੰ ਪੂਰਾ ਵਾਸ਼ਰੂਮ ਦੇਣਾ ਪੈਣਾ, ਬਾਥਰੂਮ ਪੂਰਾ ਬਣਿਆ ਹੋਵੇ, ਉਹਦੇ ਕੋਈ ਕੁਕਿੰਗ ਦੀ ਫੈਸਿਲਿਟੀ ਦੇਣੀ ਪੈਣੀ ਹੈ। ਜੇ ਤੁਸੀਂ ਉਹਨਾਂ ਤੋਂ ਕੁਝ ਲੈਂਦੇ ਹੋ, ਜੀ ਐ ਤਾਂ ਹੈ ਨਹੀਂ ਆਪਾਂ ਕਮਰਾ ਦੇਤਾ, ਡੱਬਾ ਵੀ ਜੀ। ਤੋਂ ਨਿਕਲ ਜਾਓ, ਸੋ ਇਹ ਪੋਸੀਬਲ ਨਹੀਂ ਹੈਗਾ। ਸੋ ਇਹਦੇ 'ਚ ਪੋਸੀਬਿਲਿਟੀ ਲਈ ਤੁਹਾਨੂੰ ਉਹ ਸਾਰਾ ਕੁਝ ਦੇਣਾ ਪੈਂਦਾ। ਜੀ ਸੋ ਉਹ ਫਿਰ ਰੈਗੂਲੇਸ਼ਨ ਆ ਸਟਾਰਟਾ ਦਾ। ਜੇ ਕੱਲ ਨੂੰ ਕੋਈ ਆਪਾਂ ਸਟਾਰਟਾ ਅਲਾਓ ਨਹੀਂ ਕਰਦੀ, ਜੀ ਆਪਾਂ ਰੈਂਟਲ ਨੂੰ ਕਿਸੇ ਨੂੰ ਆਪਣੇ ਘਰ ਦੇ ਵਿੱਚ ਰੱਖਣਾ, ਈਵਨ ਗੈਸਟਾਂ ਦੀ ਵੀ ਲਿਮਿਟ ਹੁੰਦੀ ਆ, ਉਸ ਤੋਂ ਬਾਅਦ ਜੇ ਕੱਲ ਨੂੰ ਘਰ ਦੇ ਵਿੱਚ ਕੁਝ ਹੋ ਜਾਵੇ ਤਾਂ ਤੁਹਾਡੀ ਇੰਸ਼ੋਰੈਂਸ ਹੀ ਨਹੀਂ ਕਵਰ ਕਰਦੀ। ਜੀ ਸੋ ਇਹ ਬਹੁਤ ਇਸ਼ੂਜ਼ ਨੇ ਇਹਦੇ ਨਾਲ। ਇੰਸ਼ੋਰੈਂਸ ਦਾ ਬਾਇਲਾਜ਼ ਦੇ ਨਾਲ ਸਾਰਾ ਕੁਝ ਇੱਕ ਵੱਡੀ ਗੇਮ ਆ, ਕਿਉਂਕਿ ਇੰਨੀ ਜੀ। ਜਲਦੀ ਸਮਝਾਉਣਾ ਮੁਸ਼ਕਲ ਹੋ ਜਾਂਦਾ। ਜੀ ਬਿਲਕੁਲ। ਔਰ ਮੈਨੂੰ ਲੱਗਦਾ ਕਿ ਬਹੁਤ ਅਹਿਮ ਜਾਣਕਾਰੀ ਜਿਹੜੀ ਅੱਜ ਸਾਂਝੀ ਕੀਤੀ ਹੈ। ਸੋ ਚਾਚਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ, ਸਮਾਂ ਦੇਣ ਲਈ ਤੇ ਸਵਾਲਾਂ ਦੇ ਜਵਾਬ ਦੇਣ ਲਈ। ਥੈਂਕ ਯੂ। ਜੀ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਰਿਐਲਿਟੀ ਚੈੱਕ। ਸੋ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕੁਝ ਨਵੇਂ ਸਵਾਲ ਆਏ ਸੀ ਉਹਨਾਂ ਦੇ ਜਵਾਬ ਦਿੱਤੇ ਜਾਣ। ਸੋ ਤੁਸੀਂ ਵੀ ਆਪਣਾ ਸਵਾਲ ਜਿਹੜਾ ਸਾਨੂੰ ਭੇਜ ਸਕਦੇ ਹੋ ਤੇ ਅਸੀਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।